ਸਾਹਿਬ ਨੇ ਕਿਹੋ ਜਿਹੇ ਮਨੁੱਖ ਦੀ ਘਾੜਤ ਘੜੀ ਬਾਰੇ ਵਿਚਾਰ ਕਰਨਾ ਹੈ। ਇਹ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਪੁਸਤਕ ਧੰਨ ਨਾਨਕ ਤੇਰੀ ਵੱਡੀ ਕਮਾਈ ਵਿੱਚੋਂ ਲਏ ਗਏ ਹਨ ਤੇ ਵਕਤਾ ਹਨ ਸੁਖਿੰਦਰਪਾਲ ਸਿੰਘ ਅਲੱਗ, ਸਕੱਤਰ ਜਨਰਲ ਅਲੱਗ ਸ਼ਬਦ ਯੱਗ ਚੈਰੀਟੇਬਲ ਟਰੱਸਟ ਲੁਧਿਆਣਾ। ਟੈਲੀਫੋਨ ਨੰਬਰ 9988400018। ਮੈਂ ਸਰੋਤਿਆਂ ਨਾਲ ਇੱਕ ਗੱਲ ਦੀ ਹੋਰ ਸਾਂਝ ਕਰਨੀ ਚਾਹਾਂਗਾ ਕਿ ਡਾਕਟਰ ਸਰੂਪ ਸਿੰਘ ਅਲੱਗ ਵੱਲੋਂ ਲਿਖੀ ਧੰਨ ਨਾਨਕ ਤੇਰੀ ਵੱਡੀ ਕਮਾਈ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 2019 ਵਿੱਚ 550 ਸਾਲਾ ਪ੍ਰਕਾਸ਼ ਪੁਰਬ ਦੇ ਉਪਲਕਸ਼ ਵਿੱਚ ਲਿਖੀ ਗਈ ਇੱਕ ਸਤਿਕਾਰੀ ਭੇਂਟ ਹੈ ਔਰ ਮੈਨੂੰ ਸਰੋਤਿਆਂ ਨੂੰ ਦੱਸਣ ਵਿੱਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸੰਗਤਾਂ ਦੇ ਸਹਿਯੋਗ ਨਾਲ ਤਕਰੀਬਨ 1.25 ਲੱਖ ਪੁਸਤਕ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਵਿੱਚ ਪੰਜਾਬੀ, ਹਿੰਦੀ ਔਰ ਇੰਗਲਿਸ਼ ਦੇ ਵਿੱਚ ਛਾਪ ਕੇ ਸਾਰੀ ਦੁਨੀਆ ਵਿੱਚ ਸ਼ਬਦ ਦੇ ਲੰਗਰ ਦੇ ਤੌਰ 'ਤੇ ਵੰਡੀ ਹੈ। ਆਓ ਇਸ ਪੁਸਤਕ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਕਿਹੋ ਜਿਹੇ ਮਨੁੱਖ ਦੀ ਘਾੜਤ ਘੜੀ ਬਾਰੇ ਵਿਚਾਰ ਕਰੀਏ। ਗੁਰੂ ਨਾਨਕ ਸਾਹਿਬ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਨਾਲ, ਪਿਆਰ ਭਰੇ ਬੋਲਾਂ ਨਾਲ, ਮਾਨਵ ਪੱਖੀ ਕਰਮਾਂ ਨਾਲ, ਦਿਲ ਨੂੰ ਟੁੰਬਦੇ ਸ਼ਬਦਾਂ ਨਾਲ, ਲਾਮਿਸਾਲ ਸਦਾਚਾਰਕ ਵਿਹਾਰ ਨਾਲ, ਸਦੀਆਂ ਤੋਂ ਫਰੇਬਾਂ, ਕਪਟਾਂ, ਵਿਕਾਰਾਂ ਅਤੇ ਫੋਕਟ ਕਰਮ ਕਾਂਡਾਂ ਵਿੱਚ ਗ੍ਰਸਤ ਸਮਾਜ ਨੂੰ ਸਵਾਰਨ ਦੇ ਬੜੇ ਸਾਰਥਕ ਉਪਰਾਲੇ ਕੀਤੇ, ਜਿਨ੍ਹਾਂ ਦਾ ਪ੍ਰਭਾਵ ਦੇਸ਼ ਦੇ ਕੋਨੇ-ਕੋਨੇ ਤੱਕ ਤਾਂ ਗਿਆ ਹੀ ਸੀ। ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਬੇਨਜ਼ੀਰ ਅਸੂਲਾਂ, ਜੀਵਨ ਜੀਣ ਲਈ ਉਸਾਰੂ ਕੀਮਤਾਂ ਕਦਰਾਂ ਸਦਕਾ ਬੜਾ ਸੁਖਾਵਾਂ ਪ੍ਰਭਾਵ ਪਿਆ। ਦੰਭੀ ਅਤੇ ਸਵਾਰਥੀ ਸੋਚ ਨੇ ਇਖਲਾਕੀ ਮਿਆਰ ਦੀ ਚਮਕ ਦਮਕ ਨੂੰ ਧੁੰਦਲਾ ਕੀਤਾ ਹੋਣ ਕਾਰਨ ਗੁਰੂ ਸਾਹਿਬ ਨੂੰ ਹਰ ਖੇਤਰ ਵਿੱਚ ਸੁਧਾਰ ਕਰਨ ਲਈ ਕਰਮਸ਼ੀਲ ਹੋਣਾ ਪਿਆ, ਜਿਸ ਵਿੱਚ ਉਹਨਾਂ ਨੇ ਭਰਵੀਂ ਕਾਮਯਾਬੀ ਹਾਸਲ ਕੀਤੀ। ਆਪਣੀ ਮਿਹਰਬਾਨ ਤੇ ਪਰਉਪਕਾਰੀ ਸੋਚ ਦੇ ਤਾਬੇ ਉਹਨਾਂ ਨੇ ਇੱਕ ਐਸੇ ਮਨੁੱਖ ਦੀ ਘਾੜਤ ਘੜੀ ਜਿਸ ਦਾ ਅੱਜ ਵੀ ਕੋਈ ਸਾਨੀ ਨਹੀਂ। ਕਵੀ ਗੁਰਦੀਸ਼ ਅਨੁਸਾਰ ਕਿਰਤ ਕਰੋ ਨਾਮ ਜਪੋ, ਛਕਣਾ ਹੈ ਵੰਡ ਤੁਸਾਂ, ਸਤ ਕਰਤਾਰ ਵਾਲੇ ਨਾਦ ਨਾਨਕ ਨੇ ਵਜਾ ਦਿੱਤੇ। ਰੱਬ ਦੀ ਨਾ ਭਾਲ ਕਦੇ ਥਲਾਂ ਵਿੱਚ ਬੈਠ ਹੁੰਦੀ, ਸੱਚਾ ਹੈ ਗ੍ਰਸਤ ਸੁਣ ਲੋ ਭੇਦ ਸਭ ਬਤਾ ਦਿੱਤੇ। ਕਰਕੇ ਉਦਾਸੀਆਂ ਰਿਹਾ ਜਗ ਤਾਰਦਾ, ਨਾਨਕ ਦਾ ਰੂਪ ਧਾਰ ਬੇੜੇ ਬੰਨੇ ਲਾ ਦਿੱਤੇ। ਸ਼ਬਦ ਨੂੰ ਨਿਰੰਕਾਰੀ ਸ਼ਕਤੀ ਸਮਝ ਗੁਰੂ ਨਾਨਕ ਦੇਵ ਜੀ ਸਭ ਨੂੰ ਵਹਿਮਾਂ ਭਰਮਾਂ ਅਤੇ ਹੱਠ ਕਰਕੇ ਆਪਣੇ ਸਰੀਰਾਂ ਨੂੰ ਕਸ਼ਟਾਂ ਵਿੱਚ ਪਾਈ ਰੱਖਣ ਦੀ ਸੋਚ ਨੂੰ ਬੜੀ ਉੱਚੀ ਆਵਾਜ਼ ਨਾਲ ਨਕਾਰਿਆ, ਤਾਂ ਕਿ ਬਾਬੇ ਦੀ ਕੀਰਤੀ ਦਾ ਸਤਿਕਾਰ ਕਰਨ ਵਾਲਾ ਅਭਿਲਾਸ਼ੀ ਸੰਸਾਰ ਨੂੰ ਤਿਆਗ ਕੇ ਅਤੇ ਘਰ-ਬਾਰ ਤੇ ਪਰਿਵਾਰ ਨੂੰ ਨਕਾਰ ਕੇ ਸਮਾਜ ਤੋਂ ਬੇਮੁਖ ਨਾ ਹੋ ਜਾਵੇ। ਗੁਰੂ ਸਾਹਿਬ ਅਨੁਸਾਰ ਉਸ ਲਈ ਸਮਾਜਿਕ ਜੀਵਨ ਦੇ ਜ਼ਾਬਤੇ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਨੇਕ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਦਾ ਇੱਜ਼ਤਦਾਰੀ ਨਾਲ ਨਿਰਵਾਹ ਕਰਨਾ ਇਤਨਾ ਹੀ ਜ਼ਰੂਰੀ ਹੈ ਜਿਤਨਾ ਰੱਬ ਦੀ ਪ੍ਰਾਪਤੀ ਦਾ ਅਮਲ ਹੋ ਸਕਦਾ ਹੈ। ਗ੍ਰਸਤ ਵਿੱਚ ਵਿਚਰਦਿਆਂ ਹੋਇਆਂ ਅਭਿਲਾਸ਼ੀ ਨੂੰ ਦੁੱਖ ਸੁੱਖ ਨੂੰ ਪਰਮਾਤਮਾ ਦੀ ਰਜ਼ਾ ਸਮਝਦੇ ਉਸ ਦੀ ਮਿੱਠੀ ਦਾਤ ਜਾਣ ਕੇ ਹੰਡਾਉਣ ਦੀ ਜਾਚ ਆਉਣੀ ਚਾਹੀਦੀ ਹੈ। ਗੁਰੂ ਨਾਨਕ ਨਾਮ ਲੇਵਾ ਸੱਜਣਾ ਨੇ ਔਰਤ ਵਰਗ ਦਾ ਭਰਵਾਂ ਸਤਿਕਾਰ ਕਰਕੇ ਉਸ ਨੂੰ ਬਰਾਬਰੀ ਦੇ ਅਹਿਸਾਸ ਵਿੱਚ ਆਪਣੇ ਨਾਲ ਲੈ ਕੇ ਜੀਵਨ ਸੰਘਰਸ਼ ਲਈ ਉਸ ਨੂੰ ਸਹਿਯੋਗ ਭਾਈਵਾਲ ਸਮਝਣਾ ਹੈ। ਗੁਰੂ ਸਾਹਿਬ ਅਨੁਸਾਰ ਰਾਜਿਆਂ, ਰਾਣਿਆਂ ਅਤੇ ਸੰਤਾਂ ਨੂੰ ਜਨਮ ਦੇਣ ਵਾਲੀ ਔਰਤ ਦਾ ਜਿਤਨਾ ਵੀ ਸਤਿਕਾਰ ਕੀਤਾ ਜਾਵੇ ਥੋੜ੍ਹਾ ਹੈ। ਔਰਤ ਵਰਗ ਪ੍ਰਤੀ ਬਾਬੇ ਦੀ ਇਸ ਉਸਾਰੂ ਸੋਚ ਨੇ ਹਰ ਸਮਾਜ ਵਿੱਚ ਮਹਿਲਾ ਵਰਗ ਦੀ ਦਸ਼ਾ ਸੰਵਾਰਨ ਲਈ ਇੱਕ ਸੁਚੱਜਾ ਮਾਹੌਲ ਜ਼ਰੂਰ ਸਿਰਜ ਦਿੱਤਾ। ਬਾਬੇ ਦੇ ਬੇਸ਼ੁਮਾਰ ਪਰਉਪਕਾਰੀ ਉਪਦੇਸ਼ਾਂ, ਤਾਕੀਦਾਂ, ਸਿਧਾਂਤਾਂ, ਅਸੂਲਾਂ ਤੇ ਧਾਰਨਾਵਾਂ ਸਦਕਾ ਜਿਸ ਨਵੇਂ ਮਨੁੱਖ ਦੀ ਘਾੜਤ ਘੜੀ ਗਈ, ਉਸ ਨੂੰ ਸਖਤ ਹਲੀਮ ਹੋ ਕੇ ਮਾਨਵਤਾ ਦੀ ਸੇਵਾ ਵਿੱਚ ਕਰਮਸ਼ੀਲ ਹੋਣਾ ਉਸ ਦੀ ਇੱਕ ਆਵਸ਼ਕਤਾ ਬਣਾ ਦਿੱਤੀ ਗਈ, ਤਾਂ ਕਿ ਸਮਾਜ ਵਿੱਚ ਆਪਸੀ ਮਤਭੇਦਾਂ ਨੂੰ ਨਿਰਬਲ ਕੀਤਾ ਜਾ ਸਕੇ ਅਤੇ ਪਰਸਪਰ ਪ੍ਰੇਮ ਪਿਆਰ ਦਾ ਖੁਸ਼ਗਵਾਰ ਵਾਤਾਵਰਣ ਵਿਕਸਿਤ ਹੋ ਸਕੇ। ਗੁਰੂ ਨਾਨਕ ਸਾਹਿਬ ਉਪਾਸ਼ਕ ਨੂੰ ਇਸ ਸਿੱਖਿਆ 'ਤੇ ਪੂਰੀ ਤਰ੍ਹਾਂ ਅਮਲ ਕਰਨ ਲਈ ਅਸਰਦਾਰ ਢੰਗ ਨਾਲ ਸਮਝਾਇਆ ਗਿਆ ਕਿ ਉਸਨੇ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਨੀ ਹੈ। ਉਸਨੇ ਜਿਹੜੀ ਕਾਲ ਕਮਾਉਣੀ ਹੈ ਉਸ ਨੂੰ ਪਰਿਵਾਰ ਦੇ ਨਾਲ ਨਾਲ ਆਪਣੀ ਨਿੱਜਤਾ ਤੋਂ ਉੱਤੇ ਉੱਠ ਕੇ ਗਰਜ਼ਮੰਦਾਂ ਤੱਕ ਵੀ ਲੈ ਕੇ ਜਾਣਾ ਹੈ। ਕਾਲ ਖਾਏ ਕੇ ਛੱਥੋਂ ਦੇ
ਵਰਗੇ ਜਜ਼ਬਾਤ ਉਸ ਨੂੰ ਕੰਠ ਕਰਨੇ ਹੋਣਗੇ, ਤਾਂ ਹੀ ਸਮਾਜਿਕ ਜੀਵਨ ਬਲਵਾਨ ਅਤੇ ਮਰਿਆਦਾਬੱਧ ਹੋ ਸਕੇਗਾ। ਠੀਕ ਹੈ, ਬਾਬਾ ਨਾਨਕ ਨੇ ਆਪਣੇ ਸਿੱਖ ਦੇ ਹਿਰਦੇ ਵਿੱਚ ਹਲੀਮੀ, ਨਿਮਰਤਾ ਅਤੇ ਬਰਾਬਰੀ ਭਰੇ ਵਿਹਾਰ ਨੂੰ ਪਰਿਪੱਕ ਕਰਵਾਇਆ, ਪਰ ਇਸ ਵਿੱਚ ਅਣਖ ਦੀ ਕਣੀ ਵੀ ਜ਼ਰੂਰ ਸੰਚਿਤ ਕਰ ਦਿੱਤੀ, ਤਾਂ ਕਿ ਉਸ ਦੀਆਂ ਮਿਹਰਬਾਨੀਆਂ, ਸੇਵਾਵਾਂ ਅਤੇ ਸਦਭਾਵਨਾ ਨੂੰ ਉਸ ਦੀ ਕਮਜ਼ੋਰੀ ਜਾਂ ਬੁਜ਼ਦਿਲੀ ਹੀ ਨਾ ਸਮਝਿਆ ਜਾਣ ਲੱਗ ਪਵੇ। ਅਜਿਹੀ ਦੁਬਦਾ ਭਰੀ ਸਥਿਤੀ ਬਾਰੇ ਬਾਬੇ ਨੇ ਸਪਸ਼ਟ ਤਾਕੀਦ ਕੀਤੀ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਸ ਦੀ ਪੱਤ ਹੀ ਲੱਥ ਗਈ, ਇੱਜ਼ਤ ਹੀ ਨਾ ਰਹੀ, ਉਸ ਕੋਲ ਬਾਕੀ ਕੀ ਰਿਹਾ। ਉਸ ਦਾ ਹੀਣਾ ਮਨ ਕੁਝ ਉਸਾਰੂ ਅਤੇ ਸੁਚਾਰੂ ਕਰਮ ਕਰਨ ਤੋਂ ਅਸਮਰੱਥ ਹੀ ਰਹੇਗਾ ਅਤੇ ਉਹ ਅਨਿਆਏ ਤੋਂ ਅੱਖਾਂ ਮੀਟ ਕੇ ਦਰਗੁਜ਼ਰ ਕਰਦਾ ਜਾਵੇਗਾ। ਅਜਿਹੇ ਮਨੁੱਖ ਨੇ ਕਿਸੇ ਸੁੱਚੇ ਆਦਰਸ਼ ਜਾਂ ਇਲਾਹੀ ਨਾਮ ਦੀ ਪ੍ਰਾਪਤੀ ਕਿੱਥੋਂ ਕਰ ਲੈਣੀ ਹੈ, ਜੋ ਹਰ ਇੱਕ ਜੀਵ ਦਾ ਅੰਤਮ ਲਕਸ਼ ਹੈ। ਇਸ ਬਾਰੇ ਗੁਰੂ ਸਾਹਿਬ ਵਿਸ਼ੇਸ਼ ਸੁਚੇਤ ਕਰਦੇ ਹਨ ਕਿ ਵਿਣ ਨਾ ਆਵੈ ਪਤ ਗਿਆ ਗਵਾਏ। ਇਸ ਲਈ ਅਣਖ ਨੂੰ ਬਰਕਰਾਰ ਰੱਖਣ ਲਈ ਨਾਮ ਨੂੰ ਆਧਾਰ ਬਣਾ ਕੇ ਰੱਖਣਾ ਅਤੀ ਆਵਸ਼ਕ ਹੈ। ਨਾਮ ਆਧਾਰਿਤ ਅਣਖ ਪਤ ਨੂੰ ਸ਼ਕਤੀ ਬਖਸ਼ਦੀ ਹੈ, ਜਿਸ ਨਾਲ ਸਾਰੇ ਕਾਰਜ ਨਿਯਮਤ ਰੂਪ ਵਿੱਚ ਅਤੇ ਸਰਲ ਢੰਗ ਨਾਲ ਚੱਲਦੇ ਰਹਿੰਦੇ ਹਨ ਅਤੇ ਇਹਨਾਂ ਵਿਚਾਰਾਂ ਨਾਲ ਓਤ-ਪੋਤ ਹੋਇਆ ਗੁਰੂ ਨਾਨਕ ਦਾ ਉਪਾਸ਼ਕ ਸੰਸਾਰ ਵਿੱਚ ਪਰਮ ਸ਼੍ਰੇਸ਼ਠ ਭੂਮਿਕਾ ਨਿਭਾਉਣ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਨਿਰਮਲ ਬਾਣੀ ਜੋ ਰੰਬੀ ਰਮਜ਼ਾਂ ਸਾਂਝੀਆਂ ਕਰਦੀ ਹੈ, ਹਰ ਕਿਸੇ ਲਈ ਵਰਦਾਨ ਹੈ। ਗੁਰੂ ਦਾ ਸਿੱਖ ਇਸ ਦਾ ਪ੍ਰਥਮ ਲਾਭ ਪਾਤਰੀ ਹੋ ਸਕਦਾ ਹੈ। ਇਸ ਲਈ ਗੁਰੂ ਵੱਲ ਮੂੰਹ ਕਰਕੇ ਜੀਵਨ ਜੀਣ ਵਾਲਾ ਮਨੁੱਖ ਅਗਿਆਨਤਾ ਦੇ ਜਕੜੇਵੇਂ ਹਨੇਰੇ ਵਿੱਚ ਨਹੀਂ ਫਸਦਾ। ਉਸ ਨੂੰ ਜੀਵਨ ਦਾ ਗਾਡੀ ਰਾਹ ਸਪਸ਼ਟ ਦਿਸਦਾ ਹੈ। ਉਸ ਦੇ ਅੰਦਰ ਬਾਹਰ ਚਾਨਣ ਹੀ ਚਾਨਣ ਪਸਰਿਆ ਹੋਣ ਕਾਰਨ ਉਹ ਆਪਣੇ ਨਾਲ ਨਾਲ ਕਈ ਹੋਰਨਾਂ ਦਾ ਵੀ ਕਲਿਆਣ ਕਰ ਸਕਦਾ ਹੈ। ਗੁਰੂ ਨਾਨਕ ਦਾ ਸ਼ਿਸ਼ ਹੰਕਾਰੀ ਨਹੀਂ, ਸਵੈ ਅਭਿਮਾਨੀ ਹੋ ਸਕਦਾ ਹੈ। ਉਹ ਨਾਦਾਨ ਨਹੀਂ, ਨੂਰਾਨੀ ਹੋ ਸਕਦਾ ਹੈ। ਲਾਲਚੀ ਨਹੀਂ, ਨਿਸ਼ਕਾਮੀ ਹੋ ਸਕਦਾ ਹੈ। ਸਵਾਰਥੀ ਨਹੀਂ, ਪਰਉਪਕਾਰੀ ਜ਼ਰੂਰ ਹੋ ਸਕਦਾ ਹੈ। ਇਸ ਲਈ ਉਹ ਸੁਹਿਰਦ ਪੁਰਸ਼ ਹਰ ਪ੍ਰਕਾਰ ਦੇ ਘੁਟਾਲਿਆਂ, ਰਿਸ਼ਵਤਖੋਰੀਆਂ ਅਤੇ ਮੱਕਰ ਜਾਲਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖਦਾ ਹੈ। ਉਹ ਤਾਂ ਸੰਸਾਰ ਵਿੱਚ ਅਲਿਪਤ ਰਹਿ ਕੇ ਜੀਵਨ ਬਤੀਤ ਕਰਦਾ ਹੈ, ਜਿਵੇਂ ਮੁਰਗਾਬੀ ਜਲ ਵਿੱਚ ਰਹਿੰਦੀ ਹੋਈ ਵੀ ਆਪਣੇ ਖੰਭਾਂ ਨੂੰ ਭਿੱਜਣ ਨਹੀਂ ਦਿੰਦੀ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਹੁੰਦਿਆਂ ਹੋਇਆਂ ਵੀ ਸਦਾ ਅਭਿੱਜ ਰਹਿੰਦਾ ਹੈ ਅਤੇ ਆਪਣੀ ਖੂਬਸੂਰਤੀ ਅਤੇ ਖੁਸ਼ਬੂ ਵੰਡਦਾ ਰਹਿੰਦਾ ਹੈ। ਜਿਉਂ ਜਲ ਮੈਂ ਕਮਲ ਅਲਿਪਤੋ ਵਰਤੈ, ਤਿਉ ਵਿੱਚੇ ਗਿਰਹਿ ਉਦਾਸ। ਸਤਿਗੁਰੂ ਨੇ ਜਿਸ ਕਾਮਲ ਮਨੁੱਖ ਨੂੰ ਧਰਤੀ ਦੀ ਸਰਦਾਰੀ ਕਰਨ ਲਈ ਸੁਦ੍ਰਿੜ ਕੀਤਾ ਹੈ, ਉਸ ਨੂੰ ਗੁਰੂ ਸਾਹਿਬ ਦੀ ਬਾਣੀ ਜਪਜੀ ਸਾਹਿਬ ਵਿੱਚ ਹਦਾਇਤ ਕੀਤੀ ਗਈ ਹੈ ਕਿ ਉਸਨੇ ਹੁਕਮ ਰਜਾਈ ਵਿੱਚ ਰਹਿਣਾ ਹੈ, ਪਾਣਾ ਮੰਨਣਾ ਹੈ। ਜੋ ਕੁਝ ਹੋ ਰਿਹਾ ਹੈ ਉਸ ਨੂੰ ਅਕਾਲ ਪੁਰਖ ਦੀ ਰਜ਼ਾ ਸਮਝਣਾ ਹੈ। ਦੁਨਿਆਵੀ ਲਾਲਸਾਵਾਂ ਕਾਰਨ ਚਿੱਤ ਨੂੰ ਡੁਲਾਉਣਾ ਨਹੀਂ, ਭਰਮਾਉਣਾ ਨਹੀਂ ਅਤੇ ਨਾ ਹੀ ਸਬਰ ਸੰਤੋਖ ਦਾ ਪੱਲਾ ਛੱਡਣਾ ਹੈ। ਉਸਨੇ ਚੰਗਾ ਸੁਣਨਾ ਹੈ, ਚੰਗਾ ਸੋਚਣਾ ਹੈ, ਚੰਗੇ ਹੀ ਕਰਮ ਕਰਨੇ ਹਨ। ਅਜਿਹੀਆਂ ਗੱਲਾਂ ਵੱਲ ਲਗਾਤਾਰ ਧਿਆਨ ਧਰ ਕੇ ਉਸਨੇ ਸੰਸਾਰ ਵਿੱਚ ਉਪਜੀਵਕਾ ਕਮਾਉਣ ਲਈ ਪ੍ਰਯਤਨਸ਼ੀਲ ਹੋਣਾ ਹੈ, ਤਾਂ ਕਿ ਉਸ ਦੇ ਅਤੇ ਪਰਮਾਤਮਾ ਦੇ ਮਿਲਾਪ ਵਿੱਚ ਜਿਹੜੀ ਕੂੜ ਕੁਸਤ ਅਤੇ ਝੂਠ ਦੀ ਦੀਵਾਰ ਉਸਰੀ ਹੋਈ ਹੈ, ਉਹ ਢਹਿ ਸਕੇ। ਇਸ ਪ੍ਰਾਪਤੀ ਲਈ ਉਸਨੇ ਹਰ ਲਿਹਾਜ਼ ਨਾਲ ਹੁਕਮੀ ਬੰਦਾ ਬਣਨਾ ਹੈ, ਜਿਸ ਦੇ ਹੱਥ ਕਾਰ ਵੱਲ ਅਤੇ ਚਿੱਤ ਹਮੇਸ਼ਾ ਦਾ ਤਾਰ ਵੱਲ ਕੇਂਦਰਿਤ ਹੋਵੇ, ਤਾਂ ਕਿ ਜਗਿਆਸੂ ਨੂੰ ਪਰਮਾਤਮਾ ਦਾ ਸਿੱਧਾ ਦਰ ਬਿਨਾਂ ਖਟਕੇ ਅਤੇ ਬਿਨਾਂ ਅਟਕੇ ਪ੍ਰਾਪਤ ਹੋ ਸਕੇ। ਸੱਚ ਤਾਂ ਇਹ ਵੀ ਹੈ ਕਿ ਸਤਿਗੁਰੂ ਜੀ ਆਪਣੇ ਕਰਮਾਂ ਅਤੇ ਬਚਨਾਂ ਦੁਆਰਾ ਅਨੇਕਤਾ ਵਿੱਚ ਲੁਪਤ ਏਕਤਾ ਨੂੰ ਪ੍ਰਕਾਸ਼ਮਾਨ ਕਰਨ ਦੀਆਂ ਵੱਖ-ਵੱਖ ਯੁਗਤਾਂ ਦਾ ਪ੍ਰਯੋਗ ਕਰਕੇ ਮਾਨਵ ਸਮਾਜ ਵਿੱਚ ਆਪਸੀ ਨੇੜਤਾ ਲਿਆਉਣ ਵਿੱਚ ਪ੍ਰਯਤਨਸ਼ੀਲ ਰਹਿੰਦੇ ਸਨ। ਜਿੰਨੀ ਕਹੋ ਉਨੀ ਹੀ ਥੋੜ੍ਹੀ, ਮੇਰੇ ਸਾਹਿਬ ਦੀ ਵਡਿਆਈ। ਗੁਰੂ ਨਾਨਕ ਸਾਹਿਬ ਆਪਣੇ ਸਿੱਖ ਨੂੰ ਸਰਬ ਉੱਚ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਸਨ। ਇਸ ਲਈ ਉਹਨਾਂ ਨੇ ਉਸ ਦੇ ਆਚਰਣ ਨੂੰ ਪਰਿਪੱਕ ਕਰਨ ਲਈ ਉਸ ਨੂੰ ਅਮਲੀ ਸੇਧਾਂ ਬਖਸ਼ੀਆਂ ਅਤੇ ਉਹ ਵੀ ਆਮ ਫਹਿਮ ਭਾਸ਼ਾ ਪੰਜਾਬੀ ਵਿੱਚ, ਤਾਂ ਕਿ ਆਮ ਸਧਾਰਨ ਅਭਿਲਾਸ਼ੀਆਂ ਲਈ ਵੀ ਅਧਿਆਤਮਕ ਫਲਸਫਾ ਇਸ ਵਿੱਚ ਸਮਾ ਸਕੇ ਅਤੇ ਇਹ ਹਰ ਲਿਹਾਜ਼ ਨਾਲ ਅਮੀਰ ਅਤੇ ਬਲਵਾਨ ਹੋ ਕੇ ਵਿਸ਼ਵ ਮੰਚ 'ਤੇ ਯੋਗਦਾਨ ਪਾ ਸਕਣ ਵਿੱਚ ਪਰਮ ਸ਼੍ਰੇਸ਼ਠ ਭੂਮਿਕਾ ਨਿਭਾ ਸਕੇ ਅਤੇ ਸਰਲ ਸਾਦਾ ਜੀਵਨ ਜੀਣ ਵਾਲਿਆਂ ਨੂੰ ਉੱਚੇ ਸੁੱਚੇ ਖਿਆਲਾਂ ਨਾਲ ਮਾਲਾ ਮਾਲ ਕਰ ਸਕੇ। ਇਵੇਂ ਗੁਰੂ ਸਾਹਿਬ ਨੇ ਅਭਿਲਾਸ਼ੀ ਨੂੰ
ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਪ੍ਰਭਾਵਾਂ ਤੋਂ ਵੀ ਉੱਚਾ ਉਠਾ ਦਿੱਤਾ। ਸੱਚ ਤੇ ਪਹਿਰਾ ਦੇਣ ਲਈ ਉਸ ਵਿੱਚ ਨਿਡਰਤਾ ਦਾ ਅਜਿਹਾ ਸੰਚਾਰ ਕੀਤਾ ਕਿ ਉਹ ਹੱਕ ਇਨਸਾਫ ਦੀ ਪ੍ਰਾਪਤੀ ਅਤੇ ਕਾਇਮੀ ਦਾਇਮੀ ਲਈ ਆਪਣੇ ਆਪ ਨੂੰ ਵਾਰ ਦੇਣ ਵਿੱਚ ਵੀ ਪਿੱਛੇ ਨਾ ਰਹੇ। ਖੁਦ ਗੁਰੂ ਸਾਹਿਬ ਨੇ ਆਪਣੀ ਦਲੇਰੀ ਭਰੀ ਸੋਚ ਨਾਲ ਬਾਬਰ ਵਰਗੇ ਹਮਲਾਵਰ ਨੂੰ ਜ਼ੁਲਮ ਕਰਨ ਦੇ ਵਿਰੁੱਧ ਲਲਕਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਬਾਬਰ ਅਤੇ ਉਸਦੇ ਜਰਵਾਣਿਆਂ ਦੀ ਹਨੇਰਗਰਦੀ ਵਿਰੁੱਧ ਪਰਮਾਤਮਾ ਤੱਕ ਨੂੰ ਵੀ ਗਿਲਾ ਕਰਨ ਤੋਂ ਗੁਰੇਜ਼ ਨਹੀਂ ਕੀਤਾ ਅਤੇ ਇੱਥੇ ਤੱਕ ਕਹਿ ਦਿੱਤਾ ਕਿ ਇਸ ਸਭ ਜ਼ੁਲਮ ਜ਼ਬਰ ਅਤੇ ਅਤਿਆਚਾਰ ਵੇਖ ਕੇ ਤੈਨੂੰ ਵੀ ਤਰਸ ਨਹੀਂ ਆਇਆ? ਤੂੰ ਕਿਹੋ ਜਿਹਾ ਪਰਮਾਤਮਾ ਹੈ? ਸਭ ਦਾ ਪ੍ਰਤਿਪਾਲਕ ਤੇ ਰੱਖਿਅਕ ਹੈ, ਇਸ ਲਈ ਸਭ ਦਾ ਖਿਆਲ ਰੱਖਣਾ ਤੇਰਾ ਧਰਮ ਹੈ, ਤੇਰਾ ਬਿਰਦ ਹੈ। ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ? ਜੇ ਕੋਈ ਤਾਕਤਵਰ ਮਨੁੱਖ ਦੂਜੇ ਤਾਕਤਵਰ ਮਨੁੱਖ ਨਾਲ ਭਿੜੇ ਤਾਂ ਲੋਕੀ ਸਹਿ ਲੈਂਦੇ ਹਨ, ਪਰ ਜੇਕਰ ਕੋਈ ਪਗਿਆੜੇ ਭੇਡਾਂ ਤੇ ਵੱਗ ਤੇ ਟੁੱਟ ਪਵੇ ਅਤੇ ਉਹਨਾਂ ਨੂੰ ਮਾਰ ਦੇਵੇ ਤਾਂ ਉਸ ਹਾਲਤ ਵਿੱਚ ਵੱਗ ਦੇ ਮਾਲਕ ਦੀ ਜਵਾਬਦੇਹੀ ਜ਼ਰੂਰ ਬਣਦੀ ਹੈ ਕਿ ਉਹ ਆਪਣੇ ਮਾਲ ਦੀ ਯੋਗ ਰਾਖੀ ਕਿਉਂ ਨਹੀਂ ਕਰ ਸਕਿਆ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ, ਤਾਂ ਮਨ ਰੋਸ ਨਾ ਹੋਈ ਰਹਾਓ। ਸਕਤਾ ਸਿਉ ਮਾਰੇ ਪੈ ਵੱਗੈ, ਖਸਮੇ ਸਾਹ ਪੁਰਸਾਈ। ਗੁਰੂ ਸਾਹਿਬ ਦੀ ਪਵਿੱਤਰ ਸੋਚ ਅਨੁਸਾਰ ਅਜਿਹਾ ਮਨੁੱਖ ਹੀ ਕੋਈ ਕਰਾਮਤ ਜੀਵਨ ਬਤੀਤ ਕਰਕੇ ਲੁਕਾਈ ਦਾ ਭਲਾ ਕਰ ਸਕਦਾ ਹੈ, ਜਿਸ ਦਾ ਆਪਣਾ ਜੀਵਨ ਸਰਲ, ਸਾਦਾ, ਸੰਜੀਦਾ, ਸੁਹਿਰਦ, ਸੁਖਮ ਤੇ ਸੁਗਮ ਹੋਵੇ ਅਤੇ ਗੁਰੂ ਵਿਚਾਰਧਾਰਾ ਦਾ ਅਨੁਸੰਗੀ ਹੋਵੇ। ਉਹ ਸੱਚ ਸਰੂਪ ਹੋਵੇ, ਸਭਨਾਂ ਵਿੱਚ ਸਤਵਾਦੀ ਸਦਾਚਾਰ ਦਾ ਸੰਚਾਰ ਕਰਨ ਵਿੱਚ ਪੇਸ਼ ਰਹੇ। ਉਹ ਪਿਆਰ ਅਤੇ ਤਿਆਗ ਦੀ ਮੂਰਤੀ ਹੋਵੇ, ਪਿਆਰ ਕਰੇ ਤੇ ਪਿਆਰ ਵੰਡੇ। ਇਹ ਸਾਰਾ ਕੁਝ ਕਰਨਾ ਤਲਵਾਰ ਦੀ ਧਾਰ ਤੇ ਚੱਲਣ ਸਮਾਨ ਹੈ। ਸਰਲ ਤੇ ਸੌਖਾ ਕਦਮ ਤਾਂ ਉੱਕਾ ਹੀ ਨਹੀਂ। ਇਸ ਪ੍ਰਥਾਏ ਗੁਰੂ ਸਾਹਿਬ ਦਾ ਆਪਣਾ ਕਥਨ ਵੀ ਹੈ ਜੋ ਸਾਨੂੰ ਯੋਗ ਅਗਵਾਈ ਬਖਸ਼ਦਾ ਹੈ। ਜੋ ਤੋ ਪ੍ਰੇਮ ਖਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਆਪਣੇ ਸਿੱਖ ਨੂੰ ਅਜਿਹੇ ਸ਼ਕਤੀਸ਼ਾਲੀ, ਦਲੇਰਾਨਾ ਤੇ ਗੌਰਵਮਈ ਜੀਵਨ ਦਾ ਧਾਰਨੀ ਬਣਨਾ ਸਿਖਾਉਂਦਾ ਹੈ ਤਾਂ ਕਿ ਉਹ ਦੁੱਖ ਸੁੱਖ ਦੇ ਹਰ ਪ੍ਰਕਾਰ ਦੇ ਤਸ਼ੱਦਦਾਂ ਅਤੇ ਅਤਿਆਚਾਰਾਂ ਦਾ ਦਲੇਰੀ, ਅਣਖ ਤੇ ਸਬਰ ਨਾਲ ਮੁਕਾਬਲਾ ਕਰਕੇ ਜਰਵਾਣੇ ਨੂੰ ਉਸ ਦੀ ਜ਼ਿਆਦਤੀ ਦਾ ਅਹਿਸਾਸ ਕਰਵਾ ਕੇ ਉਸ ਨੂੰ ਸ਼ਰਮਸਾਰ ਕਰ ਸਕੇ ਤੇ ਹੋ ਸਕੇ ਤਾਂ ਉਸ ਦੀ ਜ਼ਮੀਰ ਨੂੰ ਝੰਜੋੜਾ ਦੇ ਕੇ ਰਾਹੇ ਰਾਸਤ 'ਤੇ ਲਿਆ ਸਕੇ। ਜੇਕਰ ਅਸੀਂ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸਾਨੂੰ ਪ੍ਰਤੱਖ ਰੂਪ ਵਿੱਚ ਦਿਸ ਪੈਂਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ 10ਵੇਂ ਜਾਮੇ ਤੱਕ ਪ੍ਰਵੇਸ਼ ਕਰਨ ਤੱਕ ਅਤੇ ਜੁਗੋ ਜੁਗੋ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਤੇ ਸਰਵ ਵਿਆਪੀ ਗੁਰੂ ਦਾ ਦਰਜਾ ਪ੍ਰਾਪਤ ਹੋ ਜਾਣ ਦਾ ਸਫ਼ਰ ਤੈਅ ਕਰਨ ਉਪਰੰਤ ਜੋ ਖਾਲਸਾ ਧਰਤੀ ਤੇ ਪ੍ਰਗਟ ਹੋਇਆ, ਉਸਨੇ ਇਤਿਹਾਸ ਦਾ ਮੂੰਹ ਮੋੜ ਕੇ ਰੱਖ ਦਿੱਤਾ। ਜ਼ਾਲਮਾਂ ਅਤੇ ਅਤਿਆਚਾਰੀਆਂ ਦੇ ਦੰਦ ਖੱਟੇ ਕਰ ਦਿੱਤੇ ਅਤੇ ਮੌਕਾ ਮਿਲਦਿਆਂ ਹੀ ਉਹਨਾਂ ਨੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਸਵਾ ਲੱਖ ਨਾਲ ਇੱਕ ਸਿੰਘ ਦਲੇਰੀ ਨਾਲ ਲੋਹਾ ਲੈਂਦਾ ਤੇ ਮਕਸਦ ਤੇ ਫਤਿਹ ਪਾਉਂਦਾ ਰਿਹਾ। ਗੁਰੂ ਜੀ ਨੇ ਆਪਣੀ ਕੁਸ਼ਲ ਤੇ ਪ੍ਰਵੀਨ ਸੂਝ-ਬੂਝ ਨਾਲ ਬਿਹਤਰੀਨ ਮਨੁੱਖ ਦੀ ਬੜੀ ਕਾਮਲ ਘਾੜਤ ਹੀ ਨਹੀਂ ਘੜੀ ਉਸ ਨੂੰ ਚੰਗੀ ਭੂਮਿਕਾ ਨਿਭਾਉਣ ਜੋਗਾ ਹੋਇਆ ਦੇਖ ਵੀ ਲਿਆ। ਅਸੀਂ ਗੁਰੂ ਸਾਹਿਬ ਦੀਆਂ ਸਾਡੇ ਸਾਰਿਆਂ ਤੇ ਵਧੀਆ ਨਿਰਮਾਣ ਲਈ ਕੀਤੀਆਂ ਮਿਹਰਬਾਨੀਆਂ ਦਾ ਕਦੇ ਵੀ ਦੇਣਾ ਨਹੀਂ ਚੁਕਾ ਸਕਦੇ। ਇਹ ਸਾਡੇ ਧੰਨ ਭਾਗ ਹਨ ਕਿ ਅਸੀਂ ਉਸ ਮਹਾਨ ਗੁਰੂ ਦੇ ਸਿੱਖ ਅਖਵਾਉਣ ਵਾਲੇ ਹਾਂ, ਜਿਸ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਹੱਕ ਇਨਸਾਫ ਦਾ ਡਟ ਕੇ ਪ੍ਰਚਾਰ ਕੀਤਾ ਤੇ ਇਨਸਾਨੀ ਜੀਵਨ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਅਤੇ ਜ਼ਿੰਦਗੀ ਦੇ ਆਖਰੀ 2 ਦਹਾਕਿਆਂ ਵਿੱਚ ਕਰਤਾਰਪੁਰ ਵਿਖੇ ਵਸ ਕੇ ਉਸ ਨੂੰ ਮਹਾਨ ਗੁਰਸਿੱਖ ਦੀ ਘਾੜਤ ਦਾ ਪ੍ਰੈਕਟੀਕਲ ਕੇਂਦਰ ਬਣਾ ਦਿੱਤਾ। ਪਰ ਅਫਸੋਸ ਦੀ ਗੱਲ ਹੈ ਕਿ ਦੁਨਿਆਵੀ ਕਾਰੋਬਾਰਾਂ ਅਤੇ ਮਾਇਆ ਦੇ ਵੱਧਦੇ ਪਸਾਰੇ ਨੇ ਸਾਡੇ ਕੰਨ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਨ ਲਈ ਸ਼ਾਇਦ ਬੋਲੇ ਕਰ ਦਿੱਤੇ ਹਨ। ਅਸੀਂ ਸਭ ਕੁਝ ਲਈ ਚੰਗੇ ਭਲੇ ਹਾਂ। ਮਤਲਬ ਨੂੰ ਸਾਹਮਣੇ ਰੱਖ ਕੇ ਸਾਨੂੰ ਸਾਰੀਆਂ ਸਿਆਣਪਾਂ, ਚਤੁਰਾਈਆਂ ਤੇ ਚਲਾਕੀਆਂ ਦਾ ਪ੍ਰਯੋਗ ਕਰਨਾ ਆ ਜਾਂਦਾ ਹੈ, ਪਰ ਜਦ ਗੁਰੂ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਅਸੀਂ ਕੇਸ ਮਾਰ ਕੇ ਮੱਕਰੇ ਹੋ ਜਾਂਦੇ ਹਾਂ। ਅਜਿਹਾ ਵਿਹਾਰ ਅਪਣਾ ਕੇ ਅਸੀਂ ਕਿਵੇਂ ਗੁਰੂ ਦੇ ਫਰਜ਼ੰਦ ਅਖਵਾ ਸਕਾਂਗੇ? ਗੁਰੂ ਨੇ ਸਾਡੇ ਨਾਲ ਆਪਣੀ ਰਿਸ਼ਤੇਦਾਰੀ ਨਹੀਂ ਦੇਖਣੀ। ਉਸਨੇ ਤਾਂ ਉਹਨਾਂ ਅਸੂਲਾਂ 'ਤੇ ਸਾਡਾ ਲੇਖਾ ਜੋਖਾ ਕਰਨਾ ਹੈ ਜੋ ਉਸਨੇ ਬਖਸ਼ਿਸ਼ ਰੂਪ ਵਿੱਚ ਸਾਨੂੰ ਪ੍ਰਦਾਨ ਕੀਤੇ ਹਨ।
ਸਾਨੂੰ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਲਿਹਾਜ਼ ਤਾਂ ਗੁਰੂ ਨੇ ਆਪਣੇ ਸੱਕੇ ਪੁੱਤਰਾਂ ਦਾ ਵੀ ਨਹੀਂ ਸੀ ਕੀਤਾ, ਅਤੇ ਜਦ ਸੇਵਾਦਾਰੀ ਕਰਕੇ ਅਤੇ ਬੇਮਿਸਾਲ ਵਫਾਦਾਰੀ ਦਿਖਾ ਕੇ ਗੁਰਗੱਦੀ ਸੇਵਕ ਲਹਿਣਾ ਲੈ ਗਿਆ ਤਾਂ ਫਿਰ ਉਹ ਹੱਥ ਮਲਦੇ ਰਹੇ। ਮਿੱਤਰੋ, ਅਮਲਾਂ 'ਤੇ ਹੀ ਨਬੇੜੇ ਹੋਣੇ ਹਨ। ਸੁੱਕੀਆਂ ਫੜਾਂ ਮਾਰਨ ਨਾਲ ਜ਼ਿੰਦਗੀ ਦੀ ਦੌੜ ਵਿੱਚ ਸਫਲਤਾ ਪ੍ਰਾਪਤ ਕਰਨੀ ਮੁਸ਼ਕਲ ਹੈ, ਸਗੋਂ ਅਸੰਭਵ ਹੈ। ਇਤਨਾ ਲਾਮਿਸਾਲ ਵਿਰਸਾ ਹਾਸਲ ਕਰਨ ਦੇ ਬਾਵਜੂਦ ਵੀ ਲੋਕੀ ਸਾਡੇ ਚਰਿੱਤਰ ਨੂੰ ਦੇਖਦੇ ਹੋਏ ਇਹ ਨਾ ਕਹਿੰਦੇ ਫਿਰਨ ਕਿ ਗਲੀ ਅਸੀਂ ਚੰਗੀਆਂ, ਆਚਾਰੀ ਬੁਰਿਆ, ਮਨੇ ਕੁਸਿੱਧਾ ਕਾਲੀਆ, ਬਾਹਰ ਚਿੱਟਵਿਆ। ਸਮੁੱਚੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸਾਨੂੰ ਸਤਿਗੁਰੂ ਜੀ ਦਾ ਦਿਲੋਂ ਅਭਿਨੰਦਨ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸਾਨੂੰ ਵਧੀਆ ਇਨਸਾਨ ਬਣਾ ਕੇ ਉਚੇਰੇ ਆਤਮਕ ਅਤੇ ਸਦਾਚਾਰਕ ਜੀਵਨ ਜੀਣ ਦੀ ਉੱਤਮ ਜਾਚ ਬਖਸ਼ੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।